Hello students, in this video we are going to discuss indirect methods for large distances. Before discussing these methods, first of all we will discuss what is the difference between indirect and direct method. So first of all I will tell you what is the difference between these two methods. If I ask to measure the length of this sheet, you will say, sir, it is very simple. You can measure its length with simple scale. But if I ask you to find the distance of moon from earth, distance of any aeroplane from any radar station, depth of sea or river, so you will say, sir, it is difficult. So these method we will explain in indirect methods. Our first method is echo method or reflection method. What is this method? Echo is the phenomena of repetition of sound on reflection from an hard object. ਸੋ ਦੇਖੋ ਇਕੋ ਮੈਥਡ ਹੈ ਕੀ ਕਿ ਇਹਨੂੰ ਆਪਾਂ ਸਮਝਣਾ ਇਕੋ ਜਾਂ ਰਿਫਲੈਕਸ਼ਨ ਮੈਥਡ ਵੀ ਆਪਾਂ ਇਹਨੂੰ ਕਿਹਾ। ਤੁਸੀਂ ਕਈ ਵਾਰ ਸੁਣਿਆ ਹੋਊਗਾ ਆਪਾਂ ਕਿਸੇ ਖਾਲੀ ਕਮਰੇ ਦੇ ਵਿੱਚ ਜਾਂਦੇ ਹਾਂ ਜਾਂ ਕਿਸੇ ਹਿਲੀ ਏਰੀਆ ਦੇ ਵਿੱਚ ਜਾਂਦੇ ਹਾਂ ਜਾਂ ਆਪਾਂ ਟੀਵੀ ਦੇ ਵਿੱਚ ਕਈ ਵਾਰ ਦੇਖਦੇ ਹਾਂ, ਫਿਲਮਾਂ ਦੇ ਵਿੱਚ ਵੇਖਦੇ ਹਾਂ ਕਿ ਕੋਈ ਹਿਲੀ ਏਰੀਆ ਦੇ ਵਿੱਚ ਕਿਸੇ ਨੂੰ ਆਵਾਜ਼ ਮਾਰਦਾ, ਉਹ ਆਵਾਜ਼ ਉਹਨੂੰ ਵਾਪਸ ਆਉਂਦੀ ਆ ਕਿ ਉਹ ਹੁੰਦਾ ਕੀ ਹੁੰਦਾ ਉਹ ਕਿ ਜਦੋਂ ਸਾਊਂਡ ਅੱਗੇ ਟਰੈਵਲ ਕਰਦੀ ਆ, ਜਿੱਥੇ ਵੀ ਉਹਨੂੰ ਹਾਰਡ ਆਬਜੈਕਟ ਮਿਲ ਗਿਆ, ਜਦੋਂ ਉਹ ਸਾਊਂਡ ਉਹਦੇ ਨਾਲ ਟਕਰਾਊਗੀ ਜਾ ਕੇ, ਉਸ ਤੋਂ ਬਾਅਦ ਉਹ ਕੀ ਹੋਊਗੀ, ਰਿਫਲੈਕਟ ਹੋਣਾ ਸ਼ੁਰੂ ਕਰ ਦਿੰਦੀ ਆ। ਕਿਸ ਤਰ੍ਹਾਂ ਇਹਨੂੰ ਆਪਾਂ ਇਸ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। ਦੇਖੋ ਸਪੋਜ਼ ਕਰ ਲਓ ਆਪਾਂ ਕਿਸੇ ਹਿਲੀ ਏਰੀਆ ਦੇ ਵਿੱਚ ਆ, ਆ ਹਿੱਲ ਆ ਕੋਈ ਪਰਸਨ। ਹੁਣ ਦੇਖੋ ਕੀ ਹੁੰਦਾ ਵਾ ਕਿ ਜਦੋਂ ਪਰਸਨ ਕਿਸੇ ਨੂੰ ਆਵਾਜ਼ ਮਾਰਦਾ, ਜਿਹੜੀ ਸਾਊਂਡ ਵੇਵ ਆ ਉਹ ਟਰੈਵਲ ਕਰਨਾ ਸਟਾਰਟ ਕਰ ਦਿੰਦੀ ਆ ਕਿਹਦੇ ਵੱਲ, ਟੂਵਰਡ ਦਾ ਹਿੱਲ। ਹੁਣ ਜਦੋਂ ਇਹ ਸਾਊਂਡ ਵੇਵ ਸਪੋਜ਼ ਕਰ ਲਓ ਓਬਜ਼ਰਵਰ ਦੇ ਵਿੱਚ ਅਤੇ ਹਿੱਲ ਦੇ ਵਿੱਚ ਜਿਹੜਾ ਡਿਸਟੈਂਸ ਆ ਉਹ ਆਪਾਂ ਐਕਸ ਸਪੋਜ਼ ਕਰ ਲਿਆ। ਹੁਣ ਕੀ ਹੋਊਗਾ ਕਿ ਜਿਵੇਂ ਹੀ ਇਹ ਸਾਊਂਡ ਵੇਵ ਇਸ ਦੇ ਨਾਲ ਸਟਰਾਈਕ ਕਰੂਗੀ, ਠੀਕ ਆ, ਇਹ ਹਾਰਡ ਆਬਜੈਕਟ ਆ, ਜਦੋਂ ਹੀ ਇਹਦੇ ਨਾਲ ਸਟਰਾਈਕ ਕਰੂ ਇਹ ਰਿਫਲੈਕਟ ਹੋ ਜਾਊਗੀ। ਆਪਾਂ ਇਹੀ ਕਿਹਾ ਸੀਗਾ ਕਿ ਰਿਫਲੈਕਟ ਹੋਊਗੀ ਕਿਹਦੇ ਤੋਂ, ਕਿਸੇ ਹਾਰਡ ਆਬਜੈਕਟ ਤੋਂ। ਇਹ ਰਿਫਲੈਕਟ ਹੋ ਕੇ ਵਾਪਸ ਆਪਣੇ ਕੋਲ ਫੇਰ ਆ ਜਾਂਦੀ ਆ। ਹੁਣ ਦੇਖੋ ਆਪਾਂ ਡਿਸਟੈਂਸ ਕਿਵੇਂ ਫਾਈਂਡ ਕਰਨਾ ਕਿ ਆਹ ਵਾਲਾ ਐਕਸ ਡਿਸਟੈਂਸ ਕਿੰਨਾ ਹੋਊਗਾ। ਮਤਲਬ ਈਕੋ ਮੈਥਡ ਨੂੰ ਜਾਂ ਰਿਫਲੈਕਸ਼ਨ ਮੈਥਡ ਨੂੰ ਯੂਜ਼ ਕਰਕੇ ਆਪਾਂ ਕਿਸੇ ਵੀ ਹਿੱਲ ਤੋਂ ਕਿੰਨੀ ਦੂਰ 'ਤੇ ਖੜ੍ਹੇ ਹਾਂ ਉਹ ਡਿਸਟੈਂਸ ਆਪਾਂ ਫਾਈਂਡ ਕਰ ਸਕਦੇ ਹਾਂ। ਸਿੰਪਲ ਆਪਣੇ ਕੋਲ ਫਾਰਮੂਲਾ ਸਾਰਿਆਂ ਨੂੰ ਪਤਾ, ਸਪੀਡ ਇਕੁਅਲ ਟੂ, ਸਪੀਡ ਨੂੰ ਵੀ ਦੇ ਨਾਲ ਡਿਨੋਟ ਕਰਦੇ ਹਾਂ, ਡਿਸਟੈਂਸ ਓਵਰ ਟਾਈਮ। ਠੀਕ ਆ। ਹੁਣ ਦੇਖੋ ਆਪਾਂ ਸਿੰਪਲ ਕੀ ਆ, ਜਿਹੜੀ ਸਪੀਡ ਦੀ ਸਾਊਂਡ ਦੀ ਸਪੀਡ ਆ ਉਹ ਆਪਾਂ ਪ੍ਰੈਕਟੀਕਲ ਪਰਪਸ ਦੇ ਲਈ 331 ਅਪਰੋਕਸੀਮੇਟ 331 ਮੀਟਰ ਪਰ ਸੈਕਿੰਡ ਪ੍ਰੈਕਟੀਕਲ ਪਰਪਸ ਦੇ ਲਈ ਯੂਜ਼ ਕਰਦੇ ਹਾਂ ਸਪੀਡ ਆਫ ਸਾਊਂਡ ਨੂੰ। ਅਤੇ ਟਾਈਮ ਆਪਾਂ ਨੋਟ ਕਰ ਲਾਂਗੇ ਕਿ ਕਿੰਨੇ ਟਾਈਮ ਦੇ ਬਾਅਦ ਆਪਾਂ ਨੂੰ ਉਹ ਸਾਊਂਡ ਸੁਣੀ। ਠੀਕ ਆ, ਦੁਬਾਰਾ ਕਿੰਨੇ, ਜਦੋਂ ਆਪਾਂ ਆਵਾਜ਼ ਮਾਰੀ ਅਤੇ ਦੁਬਾਰਾ ਆਪਾਂ ਨੂੰ ਉਹ ਸਾਊਂਡ ਕਿੰਨੇ ਟਾਈਮ ਦੇ ਬਾਅਦ ਸੁਣੀ, ਉਹ ਟਾਈਮ ਆਪਾਂ ਨੋਟ ਕਰ ਲਾਂਗੇ ਕਿੰਨੇ ਟਾਈਮ ਦੇ ਬਾਅਦ ਆਪਾਂ ਨੂੰ ਉਹ ਸੁਣਦੀ ਆ ਸਾਊਂਡ। ਹੁਣ ਦੇਖੋ ਡਿਸਟੈਂਸ ਕਿੰਨਾ ਹੋਊਗਾ। ਵੈਸੇ ਤਾਂ ਆਪਾਂ ਐਕਸ ਮੰਨਿਆ ਹੋਇਆ, ਪਰ ਇੱਕ ਵਾਰ ਸਾਊਂਡ ਹਿੱਲ ਦੇ ਵੱਲ ਗਈ, ਦੂਸਰੀ ਵਾਰ ਕੀ ਹੋਇਆ, ਹਿੱਲ ਤੋਂ ਸਟਰਾਈਕ ਹੋਣ ਤੋਂ ਬਾਅਦ ਉਹ ਵਾਪਸ ਵੀ ਤਾਂ ਆਈ ਆ ਰਿਫਲੈਕਟ ਹੋ ਕੇ। ਇਹਦਾ ਮਤਲਬ ਸਾਊਂਡ ਨੇ ਕਿੰਨਾ ਡਿਸਟੈਂਸ ਕਵਰ ਕਰ ਲਿਆ, ਐਕਸ ਆਹ ਵਾਲਾ ਹੋ ਗਿਆ ਅਤੇ ਐਕਸ ਆਹ ਹੋ ਗਿਆ। ਟੋਟਲ ਡਿਸਟੈਂਸ ਕਿੰਨਾ ਹੋ ਗਿਆ, 2x ਹੋ ਗਿਆ। ਇਹਦਾ ਮਤਲਬ v ਇਕੁਅਲ ਟੂ x ਪਲੱਸ x ਡਿਵਾਈਡ ਬਾਏ t, 2x ਬਾਏ t। ਆਪਾਂ ਫਾਈਂਡ ਕੀ ਕਰਨਾ ਵਾ, ਡਿਸਟੈਂਸ ਕੈਲਕੂਲੇਟ ਕਰਨਾ। v ਇਕੁਅਲ ਟੂ 2x ਬਾਏ t ਆ ਗਿਆ, ਕ੍ਰੋਸ ਮਲਟੀਪਲਾਈ ਕਰ ਦਿਓ, v ਇੰਟੂ t ਇਕੁਅਲ ਟੂ 2x। x ਦੀ ਵੈਲਿਊ ਕਿੰਨੀ ਆ ਜਾਊਗੀ ਆਪਣੇ ਕੋਲ, x ਇਕੁਅਲ ਟੂ v ਇੰਟੂ t ਬਾਏ 2। ਇਹ ਆਪਣੇ ਕੋਲ ਡਿਸਟੈਂਸ ਕੈਲਕੂਲੇਟ ਕਰਨ ਦਾ ਫਾਰਮੂਲਾ ਬਣ ਜਾਊਗਾ। ਸਪੀਡ ਆਫ ਸਾਊਂਡ ਮੈਂ ਤੁਹਾਨੂੰ ਦੱਸ ਹੀ ਦਿੱਤਾ, ਪ੍ਰੈਕਟੀਕਲ ਪਰਪਸ ਦੇ ਲਈ 331 ਜਾਂ 334 ਮੀਟਰ ਪਰ ਸੈਕਿੰਡ ਯੂਜ਼ ਕਰਦੇ ਹਾਂ। ਟਾਈਮ ਨੋਟ ਕਰ ਲਾਂਗੇ ਕਿੰਨੇ ਟਾਈਮ ਦੇ ਬਾਅਦ ਉਹ ਰਿਫਲੈਕਟ ਹੋਈ। ਇਸ ਤਰ੍ਹਾਂ ਆਪਾਂ ਇਸ ਈਕੋ ਮੈਥਡ ਨੂੰ ਜਾਂ ਰਿਫਲੈਕਸ਼ਨ ਮੈਥਡ ਨੂੰ
यूज़ करके ਆਪਾਂ ਕਿਸੇ ਵੀ ਹਿੱਲ ਦਾ ਡਿਸਟੈਂਸ ਫਾਈਂਡ ਕਰ ਸਕਦੇ ਹਾਂ। ਹੁਣ ਇਸੇ 'ਤੇ ਬੇਸਡ ਆਪਾਂ ਨੈਕਸਟ ਜੋ ਮੈਥਡ ਆ ਉਹ ਐਕਸਪਲੇਨ, ਸਾਰਿਆਂ ਲਈ ਇਹ ਸੇਮ ਫਾਰਮੂਲਾ ਹੋਊਗਾ, ਹਰੇਕ ਦੇ ਵਿੱਚ ਡਬਲ ਡਿਸਟੈਂਸ ਕਵਰ ਕਰੂ ਕੋਈ ਵੀ ਲਾਈਟ ਜਿਹੜੀ ਵੇਵ ਹੋਊਗੀ ਜਾਂ ਸਾਊਂਡ ਵੇਵ ਹੋਊਗੀ। ਹੁਣ ਲੇਜ਼ਰ ਮੈਥਡ ਦੇ ਵਿੱਚ ਸਾਰਿਆਂ ਨਾਲੋਂ ਪਹਿਲਾਂ ਲੇਜ਼ਰ ਦੀ ਫੁੱਲ ਫਾਰਮ ਪਤਾ ਹੋਣੀ ਚਾਹੀਦੀ ਆਪਾਂ ਨੂੰ। ਲੇਜ਼ਰ ਦੀ ਫੁੱਲ ਫਾਰਮ ਕੀ ਆ? ਲਾਈਟ ਐਂਪਲੀਫਿਕੇਸ਼ਨ ਬਾਏ stimulated emission of radiations। ਇਹ ਸੀ ਲਾਈਟ ਦੀ, ਲੇਜ਼ਰ ਦੀ ਫੁੱਲ ਫਾਰਮ, ਲਾਈਟ ਐਂਪਲੀਫਿਕੇਸ਼ਨ ਬਾਏ ਸਟਿਮੂਲੇਟਡ ਐਮਿਸ਼ਨ ਆਫ ਰੇਡੀਏਸ਼ਨ। ਹੁਣ ਦੇਖੋ ਇਹ ਮੈਥਡ ਸਿੰਪਲ ਹੈ ਕਿ ਇਸ ਮੈਥਡ ਨੂੰ ਯੂਜ਼ ਕਰਕੇ ਆਪਾਂ ਅਰਥ ਤੋਂ ਮੂਨ ਦਾ ਡਿਸਟੈਂਸ ਫਾਈਂਡ ਕਰ ਸਕਦੇ ਹਾਂ ਕਿ ਕਿੰਨਾ ਡਿਸਟੈਂਸ ਆ, ਠੀਕ ਆ। ਉਹ ਅਪਰੋਕਸੀਮੇਟਲੀ ਡਿਸਟੈਂਸ ਆਪਾਂ ਫਾਈਂਡ ਕਰ ਸਕਦੇ ਹਾਂ ਕਿ ਇਸ ਤਰ੍ਹਾਂ ਸੇਮ ਮੈਥਡ ਹੀ ਹੁੰਦਾ ਵਾ। ਸਪੋਜ਼ ਕਰ ਲਓ ਮੂਨ, ਆਪਾਂ ਕੀ ਕਰਦੇ ਹਾਂ, ਅਰਥ ਤੋਂ ਮੂਨ ਦੇ ਵੱਲ ਲੇਜ਼ਰ ਲਾਈਟ ਸੈਂਡ ਕਰਦੇ ਹਾਂ। ਕੀ ਹੋਊਗਾ ਜਦੋਂ ਹੀ ਇਹ ਲੇਜ਼ਰ ਲਾਈਟ ਇਸ ਮੂਨ ਦੇ ਨਾਲ ਸਟਰਾਈਕ ਕਰੂਗੀ, ਕੀ ਕਰੂਗੀ? ਰਿਫਲੈਕਟ ਹੋ ਕੇ ਵਾਪਸ ਫਿਰ ਅਰਥ 'ਤੇ ਆ ਜਾਊ। ਆਪਾਂ ਟਾਈਮ ਨੋਟ ਕਰ ਲਾਂਗੇ। ਸੇਮ ਮੈਥਡ ਹੁਣ ਇਹਦੇ ਵਿੱਚ ਆਪਾਂ ਯੂਜ਼ ਕੀਤਾ ਸੀ ਸਿੰਬਲ ਸਪੀਡ ਦਾ v, ਪਰ ਆਪਾਂ ਨੂੰ ਪਤਾ ਲਾਈਟ ਆ ਜਿਹੜੀ ਉਹ ਕੀ ਕਰਦੀ ਆ, ਉਹਦਾ ਜਿਹੜਾ ਸਿੰਬਲ ਆ ਉਹਨੂੰ ਆਪਾਂ c ਦੇ ਨਾਲ ਡਿਨੋਟ ਕਰਦੇ, ਕਿਉਂਕਿ ਲੇਜ਼ਰ ਕੀ ਆ? ਲਾਈਟ, ਉਹ ਸਪੀਡ ਆਫ ਲਾਈਟ ਦੇ ਨਾਲ ਟਰੈਵਲ ਕਰੂ, ਇਸ ਕਰਕੇ ਆਪਾਂ ਸਪੀਡ ਆਫ ਲਾਈਟ ਨੂੰ c ਦੇ ਨਾਲ ਡਿਨੋਟ ਕਰਦੇ ਹਾਂ। v ਦੀ ਜਗ੍ਹਾ ਕੀ ਯੂਜ਼ ਕਰੋਗੇ? c। ਸਪੋਜ਼ ਕਰ ਲਓ ਸਪੀਡ c, ਡਿਸਟੈਂਸ ਸੇਮ x ਤੇ x ਆਹ ਵਾਲਾ ਹੋ ਗਿਆ 2x ਡਿਵਾਈਡ ਬਾਏ t, ਕਿੰਨਾ ਬਣ ਜਾਊਗਾ? 2x c ਇੰਟੂ t, x ਇਕੁਅਲ ਟੂ c ਇੰਟੂ t ਬਾਏ 2। ਇਹ ਫਾਰਮੂਲਾ ਯੂਜ਼ ਕਰਕੇ ਆਪਾਂ ਅਰਥ ਤੋਂ ਮੂਨ ਦਾ ਡਿਸਟੈਂਸ ਆ ਜਿਹੜਾ ਫਾਈਂਡ ਕਰ ਸਕਦੇ ਹਾਂ। ਹੁਣ ਜਿਹੜਾ ਨੈਕਸਟ ਮੈਥਡ ਆ, ਉਹ ਨੈਕਸਟ ਮੈਥਡ ਆਪਣੇ ਕੋਲ ਆ ਰਡਾਰ ਮੈਥਡ, ਥਰਡ ਮੈਥਡ ਰਡਾਰ ਮੈਥਡ। ਇਸੇ ਤਰ੍ਹਾਂ ਇਹਦੀ ਵੀ ਆਪਾਂ ਫੁੱਲ ਫਾਰਮ ਲਿਖਾਂਗੇ। ਰਡਾਰ ਦੀ ਫੁੱਲ ਫਾਰਮ ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ। ਇਹ ਰਡਾਰ ਦੀ ਫੁੱਲ ਫਾਰਮ ਆ ਰੇਡੀਓ ਡਿਟੈਕਸ਼ਨ ਐਂਡ ਰੇਂਜਿੰਗ। ਇਹਨਾਂ ਸਾਰਿਆਂ ਦਾ ਲੇਜ਼ਰ ਦਾ ਪ੍ਰਿੰਸੀਪਲ, ਰਡਾਰ ਦਾ ਪ੍ਰਿੰਸੀਪਲ ਜਾਂ ਅੱਗੇ ਜਿਹੜੇ ਮੈਥਡ ਕਰਨੇ ਸਾਰਿਆਂ ਦਾ ਪ੍ਰਿੰਸੀਪਲ ਸੇਮ ਹੀ ਆ, ਇਕੋ ਮੈਥਡ ਆ ਰਿਫਲੈਕਸ਼ਨ ਮੈਥਡ। ਹੁਣ ਦੇਖੋ ਕੀ ਹੁੰਦਾ ਵਾ, ਰਡਾਰ ਮੈਥਡ ਆਪਾਂ ਯੂਜ਼ ਕਿਹਦੇ ਲਈ ਕਰਦੇ ਹਾਂ? ਰਡਾਰ ਮੈਥਡ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਐਰੋਪਲੇਨ ਦਾ ਡਿਸਟੈਂਸ ਫਾਈਂਡ ਕਰ ਸਕਦੇ ਹਾਂ ਆਪਾਂ ਕਿਸੇ ਰਡਾਰ ਸਟੇਸ਼ਨ ਤੋਂ, ਠੀਕ ਹੈ। ਉਹ ਰਡਾਰ ਸਟੇਸ਼ਨ ਤੋਂ ਕਿੰਨੀ ਦੂਰ ਆ, ਉਹ ਆਪਾਂ ਡਿਸਟੈਂਸ ਨੂੰ ਜਿਹੜਾ ਵਾ ਫਾਈਂਡ ਕਰ ਸਕਦੇ ਹਾਂ। ਤਾਂ ਏਅਰਪੋਰਟ 'ਤੇ ਇਸੇ ਮੈਥਡ ਨੂੰ ਯੂਜ਼ ਕਰਦੇ ਆ ਕਿ ਕਿਹੜੀ ਫਲਾਈਟ ਆ ਜਿਹੜੀ ਜਾਂ ਹੋਰ ਕਿਹੜਾ ਐਰੋਪਲੇਨ ਆ, ਕਿਹੜਾ ਏਅਰਕ੍ਰਾਫਟ ਆ, ਉਹ ਕਿੰਨੇ ਡਿਸਟੈਂਸ 'ਤੇ ਆ, ਉਹ ਰਡਾਰ ਮੈਥਡ ਯੂਜ਼ ਕਰਦੇ ਆ ਆਪਾਂ। ਹੁਣ ਦੇਖੋ ਕਿਸ ਤਰ੍ਹਾਂ ਹੁੰਦਾ ਵਾ, ਇਹਦੇ ਵਿੱਚ ਕੀ ਹੁੰਦਾ ਵਾ, ਮਾਈਕ੍ਰੋਵੇਵ ਜਾਂ ਰੇਡੀਓ ਵੇਵਸ, ਠੀਕ ਆ। ਦੋ ਮਾਈਕ੍ਰੋਵੇਵ ਨੂੰ ਸੈਂਡ ਕਰਦੇ ਆ ਜਾਂ ਰੇਡੀਓ ਵੇਵਸ ਸੈਂਡ ਕਰਦੇ ਆ ਰਡਾਰ ਸਟੇਸ਼ਨ ਤੋਂ। ਜਦੋਂ ਉਹ ਵੇਵ ਐਰੋਪਲੇਨ ਦੇ ਨਾਲ ਟਕਰਾਉਂਦੀਆਂ ਜਾ ਕੇ, ਜਦੋਂ ਵੇਵ ਐਰੋਪਲੇਨ ਦੇ ਨਾਲ ਟਕਰਾਉਣਗੀਆਂ ਰੇਡੀਓ ਜਾਂ ਮਾਈਕ੍ਰੋਵੇਵ, ਉਹ ਕੀ ਕਰਨਗੀਆਂ, ਇਹਦੇ ਤੋਂ ਟਕਰਾ ਕੇ ਵਾਪਸ ਫਿਰ ਕਿੱਥੇ ਆ ਜਾਣਗੀਆਂ? ਉਸ ਰਡਾਰ ਸਟੇਸ਼ਨ 'ਤੇ। ਜਦੋਂ ਹੀ ਉਹ ਵਾਪਸ ਰਡਾਰ ਸਟੇਸ਼ਨ 'ਤੇ ਆਉਣਗੀਆਂ, ਉਹ ਟਾਈਮ ਨੋਟ ਕਰ ਲੈਂਦੇ ਕਿੰਨੇ ਟਾਈਮ ਦੇ ਬਾਅਦ ਰਿਫਲੈਕਟ ਕੀਤੀਆਂ। ਸੇਮ ਉਹੀ ਮੈਥਡ, ਡਿਸਟੈਂਸ 2 ਵਾਰ ਕਵਰ ਕਰ ਲਿਆ। ਇੱਕ ਵਾਰੀ ਕੀ ਸੀ, ਉਹਨਾਂ ਨੇ ਟਰਾਂਸਮਿਟ ਕੀਤੀ, ਦੂਸਰੀ ਵਾਰ ਰਿਫਲੈਕਟ ਹੋ ਕੇ ਵਾਪਸ ਫਿਰ ਰਿਸੀਵ ਕੀਤੀਆਂ, ਠੀਕ ਹੈ। ਇਹਨਾਂ ਵੀ ਸਪੀਡ ਲਾਈਟ ਦੀ ਸਪੀਡ ਦੇ ਨਾਲ ਟਰੈਵਲ ਕਰਦੀਆਂ, ਇਸ ਕਰਕੇ ਸਪੀਡ ਕੀ ਹੋਊਗੀ c, ਡਿਸਟੈਂਸ ਕਿੰਨਾ ਕਵਰ ਕੀਤਾ ਉਹਨੇ, ਫਿਰ ਉਹੀ 2x ਬਾਏ t, x ਦੀ ਵੈਲਿਊ ਫਿਰ ਕੀ ਆ ਜਾਊ c ਇੰਟੂ t ਬਾਏ 2, ਠੀਕ ਹੈ। ਇਹਦੇ 'ਚ ਲੱਗ ਗਿਆ, ਇਹਦੇ 'ਚ ਕੀ ਸੀਗਾ, ਰਡਾਰ ਮੈਥਡ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਏਅਰਕ੍ਰਾਫਟ ਦਾ ਰਡਾਰ ਸਟੇਸ਼ਨ ਤੋਂ ਡਿਸਟੈਂਸ ਫਾਈਂਡ ਕਰਨ ਦੇ ਲਈ। ਮੈਥਡ ਉਹੀ ਆ, ਰਿਫਲੈਕਟ ਪਹਿਲਾਂ ਟਰਾਂਸਮਿਟ ਕੀਤੀ ਰੇਡੀਓ ਸਟੇਸ਼ਨ ਤੋਂ ਵੇਵ,
ਉਸ ਤੋਂ ਬਾਅਦ ਐਰੋਪਲੇਨ ਦੇ ਨਾਲ ਟਕਰਾ ਕੇ ਫਿਰ ਵਾਪਸ ਆਉਂਦੀ ਆ। ਉਹ ਆਪਾਂ ਟਾਈਮ ਨੋਟ ਕਰ ਲੈਂਦੇ ਕਿੰਨਾ ਵਾ, ਇਸ ਵੈਲ ਫਾਰਮੂਲੇ 'ਚ ਪੁੱਟ ਕਰਕੇ ਆਪਾਂ ਉਸ ਏਅਰਕ੍ਰਾਫਟ ਦਾ ਡਿਸਟੈਂਸ ਜਿਹੜਾ ਫਾਈਂਡ ਕਰ ਸਕਦੇ ਹਾਂ। ਫੋਰਥ ਜਿਹੜਾ ਮੈਥਡ ਆ, ਫੋਰਥ ਮੈਥਡ ਆਪਣੇ ਕੋਲ ਸੋਨਾਰ ਮੈਥਡ। ਸੋਨਾਰ ਮੈਥਡ, ਹੁਣ ਸੋਨਾਰ ਮੈਥਡ ਦੇ ਵਿੱਚ ਕੀ ਆ, ਸਾਰਿਆਂ ਨਾਲੋਂ ਪਹਿਲਾਂ ਇਹਦੀ ਫੁੱਲ ਫਾਰਮ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਇਹਦੀ ਫੁੱਲ ਫਾਰਮ ਆ ਸਾਊਂਡ ਨੈਵੀਗੇਸ਼ਨ ਐਂਡ ਰੇਂਜਿੰਗ। ਹੁਣ ਇਹਦੇ ਵਿੱਚ ਕੀ ਹੁੰਦਾ ਵਾ, ਇਸ ਮੈਥਡ ਨੂੰ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਸੀ ਦਾ ਜਾਂ ਕਿਸੇ ਵੀ ਰਿਵਰ ਦੀ ਡੈਪਥ ਫਾਈਂਡ ਕਰਨ ਦੇ ਲਈ, ਠੀਕ ਆ, ਉਹਦੀ ਡੂੰਘਾਈ ਪਤਾ ਕਰਨ ਦੇ ਲਈ, ਡੈਪਥ ਫਾਈਂਡ ਕਰਨ ਦੇ ਲਈ ਆਪਾਂ ਯੂਜ਼ ਕਰਦੇ ਹਾਂ ਸੋਨਾਰ ਮੈਥਡ। ਇਸ ਦੇ ਵਿੱਚ ਕੀ ਹੁੰਦਾ ਵਾ, ਸ਼ਿਪ ਦੇ ਵਿੱਚੋਂ ਕੀ ਕਰਦੇ ਹਾਂ ਆਪਾਂ, ਸ਼ਿਪ ਦੇ ਵਿੱਚੋਂ ਅਲਟਰਾਸੋਨਿਕ ਵੇਵ ਭੇਜਦੇ ਹਾਂ ਆਪਾਂ, ਅਲਟਰਾਸੋਨਿਕ ਵੇਵਸ। ਸ਼ਿਪ ਦੇ ਵਿੱਚ ਹੀ ਟਰਾਂਸਮਿਟਰ ਲੱਗਾ ਹੋਊਗਾ ਜਿਹਦੇ ਤੋਂ ਆਪਾਂ ਵੇਵ ਨੂੰ ਬੋਟਮ ਦੇ ਵੱਲ, ਠੀਕ ਆ, ਕਿਸੇ ਵੀ ਸੀ ਜਾਂ ਰਿਵਰ ਦੇ ਬੋਟਮ ਦੇ ਵੱਲ ਟਰਾਂਸਮਿਟ ਕਰਦੇ ਹਾਂ। ਜਦੋਂ ਹੀ ਇਸ ਦਾ ਵਾਟਰ ਦਾ ਲੈਵਲ ਖ਼ਤਮ ਹੋ ਜਾਊ, ਉਹ ਗਰਾਊਂਡ ਦੇ ਨਾਲ ਸਟਰਾਈਕ ਕਰਕੇ ਜਿਹੜੀਆਂ ਵੇਵ ਆ ਉਹ ਫੇਰ ਵਾਪਸ ਕਿੱਥੇ ਚਲੇ ਜਾਣਗੀਆਂ, ਸ਼ਿਪ ਦੇ ਵੱਲ। ਆਪਾਂ ਕੀ ਕਿਹਾ ਸੀਗਾ, ਇਹਦੇ ਵਿੱਚ ਟਰਾਂਸਮਿਟਰ ਅਤੇ ਰਿਸੀਵਰ ਆ। ਜਦੋਂ ਹੀ ਇਹ ਵਾਪਸ ਜਾਣਗੀਆਂ, ਇਸ ਦੇ ਵਿੱਚ ਜਿਹੜਾ ਰਿਸੀਵਰ ਲੱਗਾ ਉਹਨਾਂ ਨੇ ਅਲਟਰਾਸੋਨਿਕ ਵੇਵ ਨੂੰ ਕੀ ਕਰ ਲੈਣਾ ਵਾ, ਰਿਸੀਵ ਕਰ ਲੈਣਾ। ਉਹ ਟਾਈਮ ਆਪਾਂ ਨੋਟ ਕਰ ਲਾਂਗੇ ਕਿੰਨਾ ਵਾ। ਮੈਥਡ ਉਹੀ ਫੇਰ v = ਸਪੀਡ ਆਫ ਅਲਟਰਾਸੋਨਿਕ ਵੇਵ, ਡਿਸਟੈਂਸ ਫੇਰ 2x ਹੀ ਕਵਰ ਕਰੋ ਡਿਵਾਈਡ ਬਾਈ t। x ਦੀ ਵੈਲਿਊ ਫੇਰ ਇੱਥੇ ਕਿੰਨੀ ਆ ਜਾਊਗੀ, v × t/2। ਇਹ ਸੀ ਆਪਣੇ ਕੋਲ ਸੋਨਾਰ ਮੈਥਡ। ਸੋਨਾਰ ਮੈਥਡ ਆਪਾਂ ਯੂਜ਼ ਕਰਦੇ ਹਾਂ ਕਿਹਦੇ ਲਈ, ਕਿਸੇ ਵੀ ਰਿਵਰ ਜਾਂ ਕਿਹਦੀ ਡੈਪਥ ਫਾਈਂਡ ਕਰਨ ਦੇ ਲਈ, ਸੀ ਦੀ ਡੈਪਥ ਫਾਈਂਡ ਕਰਨ ਦੇ ਲਈ। ਇਹਦੇ ਵਿੱਚ ਜਿਹੜੀਆਂ ਆਪਾਂ ਵੇਵ ਰਿਸੀਵ ਜਾਂ ਟਰਾਂਸਮਿਟ ਕਰਦੇ ਹਾਂ ਉਹ ਕਿਹੜੀਆਂ ਹੁੰਦੀਆਂ, ਅਲਟਰਾਸੋਨਿਕ ਵੇਵ। ਰਡਾਰ ਦੇ ਵਿੱਚ ਜਿਹੜੀਆਂ ਵੇਵ ਸੀ ਉਹ ਕਿਹੜੀਆਂ ਸੀਗੀਆਂ, ਰੇਡੀਓ ਔਰ ਮਾਈਕ੍ਰੋਵੇਵਸ। ਰੇਡੀਓ ਔਰ ਮਾਈਕ੍ਰੋਵੇਵਸ ਹੁੰਦੀਆਂ। ਇਹਦੇ ਵਿੱਚ ਜਿਹੜੀ ਆਪਾਂ ਸਿੰਪਲ ਲੇਜ਼ਰ ਲਾਈਟ ਸੈਂਡ ਕੀਤੀ ਸੀਗੀ ਲੇਜ਼ਰ ਮੈਥਡ ਦੇ ਲਈ। ਲੇਜ਼ਰ ਮੈਥਡ ਆਪਾਂ ਯੂਜ਼ ਕਰਦੇ ਹਾਂ ਕਿਹਦੇ ਲਈ, ਅਰਥ ਤੋਂ ਮੂਨ ਦਾ ਡਿਸਟੈਂਸ ਫਾਈਂਡ ਕਰਨ ਦੇ ਲਈ। ਰਡਾਰ ਕਿਸੇ ਵੀ ਐਰੋਪਲੇਨ ਦਾ ਡਿਸਟੈਂਸ ਫਾਈਂਡ ਕਰਨ ਦੇ ਲਈ ਕਰਦੇ ਹਾਂ। ਸੋਨਾਰ ਮੈਥਡ ਆਪਾਂ ਯੂਜ਼ ਕਰਦੇ ਹਾਂ ਕਿਸੇ ਵੀ ਸੀ ਜਾਂ ਰਿਵਰ ਦੀ ਡੈਪਥ ਫਾਈਂਡ ਕਰਨ ਦੇ ਲਈ। ਇਹ ਸੀ ਆਪਣੇ ਕੋਲ ਕੁਛ ਇਨਡਾਇਰੈਕਟ